ਬਾਣੀ ਦੇ ਅੰਦਰੋਂ ਜਿਹੜੇ ਬਚਨ ਦਾਤਾਰ ਪਿਤਾ ਜੀ ਨੇ ਬਖਸ਼ਿਸ਼ ਕੀਤੇ ਨੇ, ਵੇਖੋ ਇੱਕ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਕਿਦੋਂ ਸਮਾਂ ਉਹ ਜਿਹਨੂੰ ਅਸੀਂ ਮਾੜਾ ਸਮਾਂ ਕਹਿੰਦੇ ਆ, ਉਹ ਮਾੜਾ ਸਮਾਂ ਕਿਦੋਂ ਆਉਂਦਾ ਹੈ। ਵੈਸੇ ਸਾਧ ਸੰਗਤ ਦੁਨਿਆਵੀ ਤਲ ਤੇ ਅਸੀਂ ਜਿੰਨੇ ਸੰਸਾਰ ਦੇ ਮਨੁੱਖ ਹਾਂ, ਅਸੀਂ ਪਦਾਰਥਾਂ ਦੇ ਸੁੱਖ ਨੂੰ ਜੀਵਨ ਦਾ ਸੁੱਖ ਸਮਝਨੇ ਆ ਤੇ ਪਦਾਰਥਾਂ ਦੀ ਅਣਹੋਂਦ ਨੂੰ ਜੀਵਨ ਦਾ ਦੁੱਖ ਸਮਝਨੇ ਆ। ਸੱਚ ਇਹ ਹੈ ਕਿ ਸਾਡੇ ਸਭਨਾਂ ਦੇ ਜੀਵਨ ਦੇ ਅੰਦਰ ਅੱਜ ਜਿੰਨੇ ਪਦਾਰਥ ਮਾਇਨੇ ਰੱਖਦੇ ਨੇ, ਸ਼ਾਇਦ ਉਹਨੇ ਸੱਚ ਵਿੱਚ ਰਿਸ਼ਤੇ ਵੀ ਮਾਇਨੇ ਨਹੀਂ ਰੱਖਦੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚੋਂ 2 ਬਚਨ ਨੇ ਜਿਨ੍ਹਾਂ ਅੰਮ੍ਰਿਤ ਬਚਨਾਂ ਦੇ ਰਾਹੀਂ ਆਪਾਂ ਇਸ ਪਾਵਨ ਸ਼ਬਦ ਨੂੰ ਸਮਝਣਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ, ਨਾਨਕ ਤਿਨਾ ਬਸੰਤ ਹੈ ਜਿਸ ਘਰ ਵਸਿਆ ਕੰਤ। ਜਿਸ ਘਰ ਦੇ ਅੰਦਰ, ਘਰ ਦਾ ਇੱਥੇ ਅਰਥ ਹੈ ਹਿਰਦਾ, ਜਿਸ ਹਿਰਦੇ ਦੇ ਅੰਦਰ ਪ੍ਰਮਾਤਮਾ ਮਾਲਕ ਅਕਾਲ ਪੁਰਖ ਆਪ ਵਸ ਗਿਆ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਘਰ ਦੇ ਅੰਦਰ ਸਦਾ ਆਨੰਦ ਹੈ, ਸਦਾ ਹੀ ਖੇੜਾ ਹੈ। ਮੇਰੀ ਗੱਲ ਸਮਝਿਓ, ਮੈਂ ਜਿਹੜੇ ਬਚਨ ਸਾਂਝੇ ਕਰਨਾ ਚਾਹਨਾ ਆਪ ਜੀ ਦੇ ਨਾਲ, ਵੇਖੋ ਇਸ ਗੱਲ ਦੀ ਸਮਝ ਹੋਰ ਥੋੜੀ ਪਰਪੱਕ ਹੋਏਗੀ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ, ਗੁਰੂ ਪਿਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਤਿਗੁਰਾਂ ਦੀ ਇੱਕ ਜ਼ਿੰਮੇਵਾਰੀ ਲਾਉਂਦੇ ਨੇ। ਦਾਤਾਰ ਪਿਤਾ ਜੀ ਦੀ ਜ਼ਿੰਮੇਵਾਰੀ ਲੱਗਦੀ ਹੈ ਲਾਹੌਰ ਜਾਣ ਦੀ। ਸ਼ਾਇਦ ਇਹ ਘਟਨਾ ਆਪ ਜੀ ਨਾਲ ਪਹਿਲੋਂ ਵੀ ਸਾਂਝੀ ਕੀਤੀ ਹੈ, ਪਰ ਸਿਰਫ ਇਸ ਗੱਲ ਨੂੰ ਸਮਝਣ ਦੇ ਲਈ। ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਗੁਰੂ ਪਿਤਾ ਦਾ ਫਰਮਾਨ ਮੰਨਦੇ ਨੇ, ਕਿਉਂਕਿ ਇਹ ਬਚਨ ਸਤਿਗੁਰ ਨੇ ਪਹਿਲਾਂ ਆਪਣੇ ਵੱਡੇ ਪੁੱਤਰ ਬਾਬਾ ਪਿਰਥੀ ਚੰਦ ਨੂੰ ਕਹੇ, ਆਪਣੇ ਦੂਜੇ ਪੁੱਤਰ ਭਾਵ ਬਾਬਾ ਮਹਾਦੇਵ ਨੂੰ ਕਹੇ, ਪਰ ਜਦੋਂ ਦੋਨਾਂ ਬੱਚਿਆਂ ਨੇ ਨਾ ਕਰ ਦਿੱਤੀ ਗੁਰੂ ਹੁਕਮ ਨੂੰ ਮੰਨਣ ਤੋਂ, ਫਿਰ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਜੀ ਨੇ ਬਚਨ ਕਹੇ। ਗੁਰੂ ਅਰਜੁਨ ਦੇਵ ਸਾਹਿਬ ਜੀ ਗਏ, ਪਰ ਗੁਰੂ ਰਾਮਦਾਸ ਸਾਹਿਬ ਜੀ ਨੇ ਨਾਲ ਇੱਕ ਬਚਨ ਕਹਿ ਦਿੱਤਾ, ਬੇਟਾ ਉੱਥੇ ਧਰਮ ਦੇ ਕਾਰਜਾਂ ਦੇ ਵਿੱਚ ਨਿਪੁੰਨ ਹੋਇਆ ਜੇ, ਵੱਧ ਚੜ ਕੇ ਅੱਗੇ ਹੋ ਕੇ ਧਰਮ ਦੇ ਕਾਰਜ ਕਰਿਆ ਜੇ। ਇੱਕ ਗੱਲ ਚੇਤੇ ਰੱਖਿਆ, ਜੇ ਤੁਸੀਂ ਜਾ ਰਹੇ ਹੋ ਮੇਰੀ ਮਰਜ਼ੀ ਨਾਲ, ਮੇਰੇ ਹੁਕਮ ਨਾਲ, ਤੇ ਤੁਸੀਂ ਆਣਾ ਵੀ ਉਦੋਂ ਜਦੋਂ ਮੈਂ ਹੁਕਮ ਕਰਾਂਗਾ। ਕਿੰਨੇ ਮਹੀਨੇ ਬੀਤ ਗਏ, ਵਿਆਹ ਵੀ ਸੰਪੰਨ ਹੋ ਗਿਆ, ਪਰ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਈ ਸੁਨੇਹਾ ਨਾ ਆਇਆ। ਸਤਿਗੁਰੂ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਅੰਦਰ ਇੰਨੀ ਬੇਬਲਤਾ ਕਿ ਮੈਂ ਕਿਦੋਂ ਉਹ ਸਮਾਂ ਆਏ, ਮੈਂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਇਹ ਮਨ ਵਿੱਚ ਕਹਿੰਦੇ ਨੇ ਵੀ ਗੁਰੂ ਰਾਮਦਾਸ ਸਾਹਿਬ ਜੀ ਦੇ ਦੀਦਾਰ ਕਰਾਂ, ਕਿਦੋਂ ਸਮਾਂ ਆਏ। ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਇਸੇ ਬੇਬਲਤਾ ਦੇ ਅੰਦਰ ਇਤਿਹਾਸ ਲਿਖਦੇ, ਗੁਰੂ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ 3 ਚਿੱਠੀਆਂ ਵੀ ਲਿਖਦੇ ਨੇ, ਪਰ ਉਹ 3 ਚਿੱਠੀਆਂ ਪਹਿਲੀਆਂ 2 ਗੁਰੂ ਰਾਮਦਾਸ ਸਾਹਿਬ ਜੀ ਤੱਕ ਨਹੀਂ ਪਹੁੰਚਦੀਆਂ। ਬਾਬਾ ਪਿਰਥੀ ਚੰਦ ਰਸਤੇ ਦੇ ਵਿੱਚ ਆਪਣੇ ਕੋਲ ਉਹਨਾਂ ਨੂੰ ਰੱਖ ਲੈਂਦਾ ਹੈ। ਤੀਜੀ ਚਿੱਠੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਕੋਲੋਂ ਪਹੁੰਚਦੀ ਹੈ ਤੇ ਪਾਜ ਉਗੜਦਾ ਹੈ। ਪਰ ਸਾਚੇ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਅੰਦਰ ਵੇਖੋ, ਪਾਤਸ਼ਾਹ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸਤਿਗੁਰ ਇੱਕ ਘੜੀ ਤੁਸੀਂ ਮੇਰੇ ਤੋਂ ਦੂਰ ਹੁੰਦੇ ਹੋ, ਉਹ ਇੱਕ ਘੜੀ ਵੀ ਮੈਨੂੰ ਕਲਯੁਗ ਦੀ ਤਰ੍ਹਾਂ ਵਿਆਪਦੀ ਹੈ। ਉੱਥੇ ਸਤਿਗੁਰ ਨੇ ਸ਼ਬਦ ਆਪਾਂ ਸਾਰੇ ਪੜ੍ਹਦੇ ਹਾਂ, ਸਤਿਗੁਰ ਨੇ ਚਾਤਰਿਕ ਦਾ ਜ਼ਿਕਰ ਕੀਤਾ ਕਿ ਮੇਰੇ ਮਾਲਕ ਜੀ ਮੇਰੇ ਅੰਦਰ ਤੁਹਾਡੇ ਦਰਸ਼ਨਾਂ ਦੀ ਤਾਂਘ ਹੈ, ਇੰਜ ਤਾਂਘ ਹੈ ਜਿਵੇਂ ਚਾਤਰਿਕ ਦੇ ਅੰਦਰ ਤਾਂਘ ਹੁੰਦੀ ਹੈ ਸੁਆਂਤੀ ਬੂੰਦ ਦੀ। ਸਤਿਗੁਰ ਮੇਰੇ ਮਨ ਅੰਦਰ ਤਾਂਘ ਹੈ, ਇੰਜ ਤਾਂਘ ਹੈ ਜਿਵੇਂ ਮਛਲੀ ਦੇ ਅੰਦਰ ਤਾਂਘ ਹੁੰਦੀ ਹੈ ਪਾਣੀ ਦੇ ਅੰਦਰ ਰਹਿਣ ਦੀ। ਗੁਰੂ ਅਰਜੁਨ ਸਾਹਿਬ ਜੀ ਨੇ ਜਿਹੜੇ ਬਚਨ ਕੇ, ਮੈਂ ਫਿਰ ਬੇਨਤੀ ਕਰਾਂ ਵੀ ਅਸੀਂ ਚੰਗਾ ਸਮਾਂ ਕਿਹਨੂੰ ਮੰਨਦੇ ਹਾਂ ਤੇ ਮਾੜਾ ਸਮਾਂ ਕਿਹਨੂੰ ਮੰਨਦੇ ਹਾਂ। ਸੱਚ ਇਹ ਹੈ, ਸਾਡੀ ਜ਼ਿੰਦਗੀ ਦੇ ਵਿੱਚ ਪਦਾਰਥਾਂ ਦਾ ਆਣਾ ਚੰਗਾ ਸਮਾਂ ਤੇ ਪਦਾਰਥਾਂ ਦੀ ਅਣਹੋਂਦ ਮਾੜਾ ਸਮਾਂ। ਗੁਰੂ ਅਰਜੁਨ ਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਨਹੀਂ ਉਹ ਭਲਿਆ। ਸਾਹਿਬ ਬਾਬੇ ਨਾਨਕ ਦੇ ਬਚਨ ਪੜ੍ਹੀਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜਿਨ ਨਾਨਕ ਤਿਨਾ ਬਸੰਤ ਹੈ, ਉਹਨਾਂ ਘਰਾਂ ਦੇ ਅੰਦਰ ਸਦਾ ਆਨੰਦੇ, ਜਿਤ ਕਰ ਵਸਿਆ ਕੰਤ। ਜਿਸ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਕੰਤ ਵਸ ਗਿਆ ਹੈ
ਤੇ ਨਾਲ ਬਚਨ ਕਿਹਾ। ਸਾਹਿਬ ਕਹਿੰਦੇ ਨੇ ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਹਿਰਦੇ ਘਰ ਦੇ ਵਿੱਚ ਮਾਲਕ ਪ੍ਰਮਾਤਮਾ ਅਕਾਲ ਪੁਰਖੋ ਕੰਤ ਪ੍ਰਗਟ ਨਹੀਂ ਹੋਇਆ, ਸਾਹਿਬ ਕਹਿੰਦੇ ਨੇ ਉਹ ਜਿਹੜੇ ਘਰ ਨੇ ਸੇ ਅਹਨਿਸ ਫਿਰੈ ਜਲੰਤ, ਉਸ ਘਰ ਦੇ ਅੰਦਰ ਸਦਾ ਹੀ ਤੜਫਣਾ ਹੈ। ਉਹ ਸਦਾ ਐਸੇ ਘਰ ਹਿਰਦੇ ਘਰ ਵਿਕਾਰਾਂ ਤੇ ਤ੍ਰਿਸ਼ਨਾ ਦੀ ਅੱਗ ਦੇ ਅੰਦਰ ਤੜਫਦੇ ਨੇ। ਹਕੀਕਤ ਹੈ ਗੁਰਮੁਖੋ, ਸਿਰਫ ਬਾਹਰਮੁਖੀ ਗੁਰੂ ਨੂੰ ਕਹਿ ਦੇਣਾ ਸਤਿਗੁਰ ਮੈਂ ਤੇਰਾ ਹਾਂ, ਔਰ ਸੱਚ ਵਿੱਚ ਗੁਰੂ ਦਾ ਬਣ ਕੇ ਜੀਣਾ, ਇਹਨਾਂ ਦੋ ਗੱਲਾਂ ਵਿੱਚ ਬੜਾ ਅੰਤਰ ਜੇ। ਇੱਕ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਹੋ ਰਿਹਾ, ਆਪਾਂ ਸਾਂਝਾ ਕਰ ਲਈਏ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਸ਼ਲੋਕ ਸ਼ੁਰੂ ਹੁੰਦੇ ਨੇ, ਜਿੱਥੇ ਸ਼ਲੋਕ ਵਾਰਾਂ ਦੇ ਵਧੀਕ। ਗੁਰੂ ਅਰਜਨ ਸਾਹਿਬ ਜੀ ਦਾ ਪਹਿਲਾ ਸ਼ਲੋਕ ਹੈ। ਸਤਿਗੁਰ ਕਹਿੰਦੇ ਨੇ ਰਤੇ ਸਈ ਜੇ ਮੁਖ ਨਾ ਮੋੜਨ। ਸਤਿਗੁਰ ਉਹ ਗੁਰੂ ਨਾਲ ਜੁੜੇ ਹੋਏ ਨੇ ਜਿਹੜੇ ਕਦੀ ਗੁਰੂ ਤੋਂ ਮੁਖ ਨਹੀਂ ਮੋੜਦੇ, ਜਿਹੜੇ ਹਰ ਜੀਵਨ ਦੀ ਅਵਸਥਾ ਵਿੱਚ ਗੁਰੂ ਦਾ ਪੱਲਾ ਫੜ ਕੇ ਰੱਖਦੇ ਨੇ, ਜਿਹੜੇ ਦੁੱਖ ਵੇਲੇ ਭੱਜਦੇ ਨਹੀਂ ਤੇ ਸੁੱਖ ਵੇਲੇ ਨੇੜੇ ਨਹੀਂ ਆਉਂਦੇ, ਜਿਨ੍ਹਾਂ ਦੇ ਜੀਵਨ ਵਿੱਚ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹਿ ਨਿਆਰੋ। ਸਤਿਗੁਰ ਕਹਿੰਦੇ ਨੇ ਜਿਹੜੇ ਹਰਕ ਤੇ ਸੋਗ ਤੋਂ ਨਿਆਰੇ ਹੋ ਗਏ, ਉਹ ਸੱਚ ਵਿੱਚ ਗੁਰੂ ਨਾਲ ਜੁੜੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਤੇ ਸਈ ਜੇ ਮੁਖ ਨਾ ਮੋੜਨ, ਜਿਨੀ ਸਿੰਘਾਂ ਤਾ ਸਾਈ ਝੜ ਝੜ ਪਵੰਦੇ ਕੱਚੇ ਬਿਰਹੀ, ਜਿਨ੍ਹਾਂ ਕਾਰ ਨਾ ਆਈ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨਾਲ ਸਾਂਝ ਨਹੀਂ ਪਾਈ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨਾਲ ਕਰਮ ਨਹੀਂ ਜੋੜੇ ਆਪਣੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਧਣੀ ਵੀ ਹੋਣੇ ਪਾਪ, ਉਹ ਐਸੇ ਮਨੁੱਖ ਨੇ ਜਿਹੜੇ ਗੁਰੂ ਨਾਲੋਂ ਵਿਛੜੇ ਹੋਏ ਨੇ। ਤਾਂ ਹੀ ਸਤਿਗੁਰ ਕਹਿੰਦੇ ਨੇ ਰਤੇ ਸਈ ਜੇ ਮੁਖ ਨਾ ਮੋੜਨ, ਜਿਨੀ ਸਿੰਜਾਤਾ ਸਾਈ ਝੜ ਝੜ ਪਵੰਦੇ ਕੱਚੇ ਬਿਰਹੀ, ਉਹ ਝੜਨਗੇ। ਇੱਕ ਛੋਟੀ ਜੀ ਉਦਾਹਰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਭਾਈ ਸੱਤਾ ਤੇ ਬਲਵੰਡ ਬੇਨਤੀ ਕਰਦੇ ਨੇ। ਇਤਿਹਾਸ ਲਿਖਦਾ ਹੈ ਭਾਈ ਬਲਵੰਡ ਜੀ, ਇਹਨਾਂ ਦੀ ਬੱਚੀ ਦਾ ਵਿਆਹ ਸੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਇਹ ਕੀਰਤਨੀਏ ਸਨ। ਅਸੀਂ ਸਭ ਜਾਣਦੇ ਹਾਂ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਸੱਤਾ ਤੇ ਭਾਈ ਬਲਵੰਡ ਜੀ ਕੀਰਤਨ ਕਰਦੇ ਹੁੰਦੇ ਸਨ। ਇਹਨਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ ਵੀ ਗੁਰੂ ਪਾਤਸ਼ਾਹ ਜੀ ਬੱਚੀ ਦਾ ਵਿਆਹ ਹੈ, ਕਿਰਪਾ ਕਰੋ, ਮਾਇਆ ਦੀ ਲੋੜ ਹੈ। ਸਮਾਂ ਐਸਾ ਸੀ ਸਾਧ ਸੰਗਤ, ਗੁਰੂ ਘਰ ਦੀ ਨਾਕਾਬੰਦੀ ਕਰ ਦਿੱਤੀ ਗਈ ਸੀ ਪ੍ਰਿਥੀ ਚੰਦ ਵੱਲੋਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਤੋਂ ਪਹਿਲਾਂ ਦੀ ਇਹ ਗੱਲ ਹੈ। ਗੁਰੂ ਘਰ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਪ੍ਰਿਥੀ ਚੰਦ ਵੱਲੋਂ। ਸੰਗਤਾਂ ਜਿਹੜੀਆਂ ਵੀ ਆਉਂਦੀਆਂ ਨੇ, ਜਿੰਨਾ ਧਨ ਮਾਲ ਅਸਬਾਬ ਚੜ੍ਹਤ ਭੇਟ ਜੋ ਕੁਝ ਹੈ, ਉਹ ਪ੍ਰਿਥੀ ਚੰਦ ਆਪਣੇ ਕੋਲੋਂ ਰੱਖ ਲੈਂਦਾ ਹੈ। ਜਦੋਂ ਲੰਗਰ ਦਾ ਵਕਤ ਹੁੰਦਾ ਹੈ, ਉਹਨੂੰ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਭੇਜ ਦਿੰਦਾ ਹੈ। ਐਸਾ ਸਮਾਂ ਆ ਗਿਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਘਰ ਦੇ ਅੰਦਰ ਕਦੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜੀਵਨ ਬਿਆਨ ਕਰਦਿਆਂ ਭੱਟ ਕਹਿੰਦੇ ਨੇ ਬਲਵੰਡ ਖੀਵੀ ਨੇਕ ਜਿਨ ਜਨ ਜਿਸ ਬਹੁਤੀ ਸੌਂ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ। ਜਿਹੜੇ ਲੰਗਰ ਦੇ ਵਿੱਚ ਘਿਓ ਦੀ ਖੀਰ ਬਣਦੀ ਸੀ, ਅੱਜ ਉਹ ਲੰਗਰਾਂ ਦੇ ਵਿੱਚ ਐਸੇ ਫਾਕੇ ਦਾ ਸਮਾਂ ਵੀ ਆ ਗਿਆ ਵੀ ਕਈ ਵਾਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਆਪ ਭੁੱਜੇ ਛੋਲੇ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਸਮਾਂ ਐਸਾ ਆਇਆ, ਪਰ ਸਾਹਿਬ ਨੇ ਇੱਕ ਬਚਨ ਕਿਹਾ ਭਾਈ ਸੱਤੇ ਤੇ ਬਲਵੰਡ ਨੂੰ ਕਿ ਤੁਸੀਂ ਗੁਰੂ ਕੇ ਕੀਰਤਨੀਏ ਹੋ। ਅੱਜ ਗੁਰੂ ਘਰ ਦੇ ਅੰਦਰ ਮਾਇਆ ਦੀ ਥੋੜ ਹੈ, ਤੁਸੀਂ ਭਰੋਸਾ ਰੱਖੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ। ਜਿਦਨ ਮਾਇਆ ਆਈ ਖੁੱਲੇ ਗੱਫੇ ਦੇ ਕੇ ਨਵਾਜਾਂਗੇ, ਪਰ ਇਹ ਦੁਸ਼ਮਣਾਂ ਦੀ ਚੁੱਕ ਵਿੱਚ ਆ ਗਏ। ਸੱਚ ਵਿੱਚ ਗੁਰਮੁਖੋ, ਚੁੱਕ ਕਿਸੇ ਦੀ ਵੀ ਹੋਵੇ ਬੜੀ ਭੈੜੀ ਜੇ। ਇਹ ਭਰਾ ਨੂੰ ਆਪਸ ਵਿੱਚ ਲੜਾ ਦਿੰਦੀ ਏ, ਇਹ ਪਿਓ ਤੇ ਪੁੱਤ ਨੂੰ ਆਪਸ ਵਿੱਚ ਲੜਾ ਦਿੰਦੀ। ਪਰ ਸੱਚ ਇਹ ਹੈ, ਇਹ ਅਸਰ ਉਦੋਂ ਮਾਈਂਡ ਤੇ ਕਰਦੀ, ਮਨ ਤੇ ਕਰਦੀ, ਜਦੋਂ ਬੰਦਾ ਆਪਣੀ ਸੋਚਣ ਤੇ ਸਮਝਣ ਦੀ ਸ਼ਕਤੀ ਗਵਾ ਦਿੰਦਾ ਹੈ। ਭਾਈ ਸੱਤੇ ਤੇ ਬਲਵੰਡ ਦੀ ਮੱਤ ਤੇ ਮਾਇਆ ਦਾ ਐਸਾ ਪ੍ਰਭਾਵ ਪਿਆ, ਇਹਨਾਂ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਦਿੱਤਾ ਜੀ ਅਸੀਂ ਕੀਰਤਨ ਕਰਨੇ ਆ। ਸਾਡੇ ਵਡੇਰੇ ਨੇ ਕੀਰਤਨ ਕੀਤਾ, ਭਾਈ ਮਰਦਾਨਾ ਜੀ, ਅਸੀਂ ਕੀਰਤਨ ਕਰਨੇ ਆ। ਗੁਰੂ ਘਰ ਦੇ ਵਿੱਚ ਸੰਗਤਾਂ ਜੁੜਦੀਆਂ ਮਾਇਆ ਭੇਟ ਕਰਦੀਆਂ ਨੇ, ਅਸੀਂ ਕੀਰਤਨ ਨਹੀਂ ਕਰਾਂਗੇ ਤੇ ਤੁਹਾਡੇ ਦਰ ਤੇ ਕੌਣ ਆਏਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹੇ। ਸਾਹਿਬ ਕਹਿਣ ਲੱਗੇ ਤੁਸੀਂ ਮੈਨੂੰ ਲੱਖ ਬੁਰਾ ਆਖੋ, ਪਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਬਾਬਤ ਮਾੜੇ ਬਚਨ ਨਾ ਬੋਲੋ।
ਸਾਹਿਬ ਨੇ ਬਚਨ ਕਿਹਾ ਸੀ, ਇਤਿਹਾਸ ਲਿਖਦਾ ਵੀ ਇਹਨੂੰ ਮੂੰਹ ਨਹੀਂ ਲਾਣਾ, ਜਿਹੜਾ ਇਹਨਾਂ ਨੂੰ ਮੂੰਹ ਲਾਏਗਾ ਉਹਦਾ ਮੂੰਹ ਕਾਲਾ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜਾ ਸਮਝਾਇਆ, ਨਹੀਂ ਮੰਨੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਇਹ ਹੈ ਝੜ ਝੜ ਪਵੰਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾਈ। ਪਰ ਸੱਚ ਲੱਦਾ ਪਰਉਪਕਾਰੀ ਜੀ, ਜਿਨ੍ਹਾਂ ਨੇ ਬੜਾ ਪਰਉਪਕਾਰ ਕੀਤਾ, ਜਿੱਦਣ ਇਹਨਾਂ ਨੂੰ ਸਮਝ ਆਈ, ਆਪਣਾ ਮੂੰਹ ਕਾਲਾ ਕਰਕੇ ਇਹਨਾਂ ਦੀ ਪੈਰਵੀ ਕਰਨ ਗਏ ਸਨ। ਐਸੇ ਵੀ ਸਿੱਖ ਨੇ ਗੁਰੂ ਦੇ, ਸੱਚ ਵਿੱਚ ਆਪ, ਕਿਉਂਕਿ ਗੁਰੂ ਦਾ ਉਪਦੇਸ਼ ਸੀ, ਆਪ ਮੂੰਹ ਕਾਲਾ ਕਰਕੇ ਚਲੇ ਗਏ ਵੀ ਸਤਿਗੁਰੂ ਭਾਈ ਸੱਤਾ ਤੇ ਬਲਵੰਡ ਦਾਤਾਰ ਪਿਤਾ ਉਹ ਆਪਣੀ ਕਰਨੀ ਤੇ ਸ਼ਰਮਿੰਦਾ ਨੇ। ਸੱਚ ਵਿੱਚ ਸਿੱਖ ਕਰਨੀ ਤੇ ਸ਼ਰਮਿੰਦਾ ਹੋਵੇ, ਪਛਤਾਪ ਕਰੇ ਤੇ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੇ, ਮੇਰਾ ਸਤਿਗੁਰ ਕਿਰਪਾ ਕਰਦਾ, ਉਹਨਾਂ ਨੂੰ ਵੀ ਬਖਸ਼ ਲੈਂਦਾ ਹੈ। ਤਾਂ ਹੀ ਪਾਤਸ਼ਾਹ ਜੀ ਬਾਣੀ ਵਿੱਚ ਵੀ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਮੇਰੇ ਮਾਲਕ ਮੈਂ ਕਦੀ ਤੇਰੇ ਨਾਲੋਂ ਦੂਰ ਨਾ ਹੋਵਾਂ। ਸਾਹਿਬ ਦਾ ਦੂਜਾ ਬਚਨ, ਕਿਉਂਕਿ ਇਹ ਸਾਡੇ ਅੰਦਰ ਦੇ ਭਾਵ ਨੇ, ਅਸੀਂ ਚੰਗਾ ਕਿਹਨੂੰ ਕਹਿੰਦੇ ਆ ਤੇ ਮਾੜਾ ਸਮਾਂ ਕਿਹਨੂੰ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਦੋਂ ਗੱਲ ਕਰਦੇ ਨੇ ਤੇ ਮਾੜੇ ਤੇ ਚੰਗੇ ਸਮੇਂ ਦੀ ਗੱਲ ਕਰਦੇ ਆ। ਸਾਹਿਬ ਕੀ ਬਚਨ ਕਹਿੰਦੇ ਨੇ? ਪਾਤਸ਼ਾਹ ਜੀ ਕਹਿੰਦੇ ਨੇ, ਝੜ ਝੜ ਪਵੰਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ। ਅਗਲਾ ਬਚਨ ਪੜਿਓ, ਬੜਾ ਪਿਆਰਾ। ਸਾਹਿਬ ਕਹਿੰਦੇ ਨੇ, ਧਣੀ ਮਿਹੂਣਾ ਪਾਟ ਪਟੰਬਰ, ਜੇ ਖਸਮ ਹਿਰਦੇ ਘਰ ਵਿੱਚ ਨਹੀਂ ਤੇ ਬਾਹਰੋਂ ਰੇਸ਼ਮੀ ਕੱਪੜੇ ਪਾਣ ਨੂੰ ਮਿਲਣ। ਸਤਿਗੁਰ ਕਹਿੰਦੇ ਨੇ, ਪਾਹੇ ਸੇਤੀ ਜਾਲੇ। ਇਹੋ ਜੇ ਰੇਸ਼ਮ ਦੇ ਕੱਪੜੇ ਜਿਹੜੇ ਕੰਤ ਤੋਂ ਬਿਨਾਂ ਨੇ, ਜੇ ਕੰਤ ਹਿਰਦੇ ਵਿੱਚ ਨਹੀਂ ਤੇ ਸਤਿਗੁਰ ਕਹਿੰਦੇ ਨੇ, ਇਹੋ ਜੇ ਰੇਸ਼ਮ ਦੇ ਕੱਪੜੇ ਅੱਗ ਨਾਲ ਸੜ ਜਾਣ, ਮੈਨੂੰ ਇਹੋ ਜਿਹੇ ਕੱਪੜਿਆਂ ਦੀ ਜ਼ਰੂਰਤ ਨਹੀਂ। ਮੈਂ ਕਈ ਵਾਰੀ ਸੋਚਣਾ ਮਨਾ, ਦੁਨੀਆ ਭਰ ਦੇ ਸੁੱਖ ਤੂੰ ਮਾਣਨਾ ਹੈ, ਸਭ ਦਾਤਾਂ ਦਾਤੇ ਦੀ ਦਿੱਤੀਆਂ ਤੇਰੇ ਕੋਲ ਨੇ ਗੁਰਸਿੱਖਾ। ਤੂੰ ਆਪਣੇ ਜੀਵਨ ਦੇ ਵਿੱਚੋਂ ਅੰਮ੍ਰਿਤ ਵੇਲੇ ਨੂੰ ਕਿਉਂ ਖੰਜਾ ਬੈਠਾ ਹੈ? ਤੂੰ ਆਪਣੇ ਜੀਵਨ ਦੇ ਵਿੱਚੋਂ ਬਾਣੀ ਨੂੰ ਕਿਉਂ ਵਿਸਾਰ ਬੈਠਾ ਹੈ? ਗੁਰੂ ਨੇ ਤੇ ਇੱਕੋ ਹੀ ਗੱਲ ਸਮਝਾਈ ਸੀ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਉ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ। ਪਰ ਇੰਨੀ ਕੁ ਗੱਲ ਚੇਤੇ ਰੱਖੀ, ਮਤ ਦੇਖ ਭੁੱਲਾਂ ਬਿਸਰੈ, ਤੇਰਾ ਚੀਤ ਨਾ ਆਵੇ ਨਾ। ਸਤਿਗੁਰੂ ਇੰਨਾ ਕੁਝ ਹੋਵੇ ਪਰ ਮੇਰੇ ਕਰਤੇ ਮੈਨੂੰ ਤੂੰ ਕਦੀ ਨਾ ਵਿਸਰੀ। ਜੇ ਇੰਨਾ ਕੁਝ ਹੋ ਜਾਏ ਮੇਰੇ ਕੋਲੋਂ ਪਰ ਤੂੰ ਵਿਸਰ ਜਾਏ, ਸਤਿਗੁਰੂ ਸਭ ਮੇਰੇ ਲਈ ਇੰਜ ਨੇ ਜਿਵੇਂ ਅੱਗ ਵਿੱਚ ਸੜਨ ਦੇ ਯੋਗ ਹੋਣ। ਇਹਨਾਂ ਦੀ ਕੋਈ ਵੁਕਤ ਨਹੀਂ ਮੇਰੇ ਸਾਹਮਣੇ। ਤਾਂ ਹੀ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਨੇ, ਜਿਸ ਪਿਆਰੇ ਸਿਓ ਨੇ ਤਿਸ ਆਗੇ ਮਰ ਚਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਕਬੀਰ ਲਾਗੀ ਪ੍ਰੀਤ ਸੁਜਾਨ ਸਿਓ, ਬਰਜੈ ਲੋਗ ਅਜਾਨ, ਤਾਂ ਸਿਓ ਟਿਊਟੀ ਕਿਉਂ ਬਣੇ ਜਾਂ ਕਹਿ ਜੀ ਪ੍ਰਾਨ। ਤਾਂ ਹੀ ਪਾਤਸ਼ਾਹ ਜੀ ਕਹਿੰਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਇਆਨੀ ਤਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਤੇਰੀ ਗੁਰੂ ਨਾਲੋਂ ਪ੍ਰੀਤ ਟੁੱਟ ਗਈ, ਸਾਂਝ ਟੁੱਟ ਗਈ ਏ, ਸੱਚ ਜਾਣੀ ਸਮਾਂ ਉਹੀ ਚੰਗਾ ਹੈ ਜਿਹੜਾ ਸਮਾਂ ਗੁਰੂ ਦੇ ਚਰਨਾਂ ਦੇ ਵਿੱਚ ਬਤੀਤ ਹੋਵੇ। ਗੁਰੂ ਦੇ ਚਰਨਾਂ ਦਾ ਮਤਲਬ ਹੈ ਗੁਰੂ ਦੇ ਆਸੇ ਅਨੁਸਾਰ ਬਤੀਤ ਹੋਵੇ। ਜਿਹੜਾ ਸਮਾਂ ਗੁਰੂ ਦੇ ਆਸੇ ਅਨੁਸਾਰ ਬਤੀਤ ਨਹੀਂ ਹੁੰਦਾ, ਉਹ ਸਮਾਂ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪਾਹੀ ਸੇਤੀ ਜਾਲੇ, ਧੂੜੀ ਵਿੱਚ ਲੜੰਦੜੀ ਸੋਹਾ, ਨਾਨਕ ਤੈ ਸ਼ੈ ਨਾਲੇ। ਮੇਰੇ ਸਤਿਗੁਰੂ ਜੇ ਤੂੰ ਮੇਰੇ ਨਾਲ ਹੈ ਤੇ ਮੇਰੇ ਮਾਲਕ ਜੀ, ਮੈਂ ਧੂੜੀ ਵਿੱਚ ਲੜੰਦੜੀ ਸੋਹਾ, ਮੈਂ ਮਿੱਟੀ ਆਪਣੇ ਤਲ ਤੇ ਮਲ ਕੇ ਉਸ ਮਿੱਟੀ ਨੂੰ ਆਪਣੇ ਤਨ ਦੇ ਵਸਤਰ ਬਣਾ ਕੇ ਵੀ ਚੰਗੀ ਲੱਗਾਂਗੀ ਜੇ ਤੂੰ ਮੇਰੇ ਨਾਲ ਹੈ। ਜੇ ਤੂੰ ਵਿਸਰ ਗਿਆ ਤੇ ਸਤਿਗੁਰ ਜੀ ਸਾਚੇ ਅਸੀਂ ਪਦਾਰਥਾਂ ਨੂੰ ਤਰਜੀਹ। ਮੈਂ ਕਈ ਵਾਰੀ ਬੇਨਤੀ ਕਰਨਾ ਸਾਧ ਸੰਗਤ, ਇਹ ਸਾਡੇ ਮਾੜੇ ਭਾਗ ਨੇ ਕਿ ਅਸੀਂ ਆਪਣੀ ਮੱਤ ਤੋਂ ਸੋਚਣਾ ਬੰਦ ਕਰ ਦਿੱਤਾ ਹੈ। ਤਾਂ ਹੀ ਗੁਰੂ ਨੇ ਆਖਿਆ ਸੀ, ਮੇਰੇ ਮਾਲਕ ਮੈਨੂੰ ਵਿਵੇਕ ਬੁੱਧ ਦੇ, ਮੈਨੂੰ ਚੰਗੇ ਮੰਦੇ ਦੀ ਸੋਝੀ ਦੇ। ਮੈਂ ਇਹਨਾਂ ਕੁ ਪਦਾਰਥਾਂ ਵਿੱਚ ਗਰਕ ਹੋ ਗਿਆ, ਮੇਰੇ ਸਤਿਗੁਰ ਮੈਨੂੰ ਤੇਰੇ ਨਾਮ ਦੀ ਸੋਝੀ ਭੁੱਲ ਗਈ ਹੈ। ਸਾਚੇ ਗੁਰਮੁਖੋ ਹਕੀਕਤ ਹੈ ਨਾ, ਪੈਲਸ ਵਿੱਚ ਬੰਦਾ ਸਾਰਾ ਦਿਨ ਸਾਰੀ ਰਾਤ ਨੱਚਦਾ, ਸ਼ਰਾਬ ਪੀਂਦਾ ਨਹੀਂ ਥੱਕਦਾ। ਗੁਰੂ ਦੇ ਚਰਨਾਂ ਵਿੱਚ ਆਣ ਨਾਮ ਆਨੰਦ ਕਾਰਜ, ਤੇ ਆਨੰਦ ਕਾਰਜ ਕਰਨ ਲੱਗਿਆਂ ਵੀ, ਆਨੰਦ ਦੇ ਕਾਰਜ ਨੂੰ ਕਰਨ ਲੱਗਿਆਂ ਵੀ ਕਹਿੰਦਾ ਭਾਈ ਸਾਹਿਬ 10 ਮਿੰਟ ਲਾਓ, ਸਮਾਂ ਪਹਿਲਾਂ ਹੀ ਬੜਾ ਹੋ ਗਿਆ ਹੈ। ਸੱਚ ਮੈਂ ਕਹਿੰਦਾ ਤੇ ਇਹ ਤੁਹਾਡੇ ਮਾੜੇ ਭਾਗ ਨੇ ਕਿ ਤੁਹਾਨੂੰ ਗੁਰੂ ਦੇ ਉਪਦੇਸ਼ ਦੀ ਸਮਝ ਨਹੀਂ ਆਈ। ਜਿਹੜੇ ਵਿੱਚ ਵਿਆਹ, ਜਿਹੜੇ ਜੀਵਨ ਦੀ ਸ਼ੁਰੂਆਤ ਐਸੀ ਹੋਵੇ,
ਉਹਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਲੰਮੇ ਸਮੇਂ ਤੱਕ ਟਿਕ ਸਕਦੇ ਨੇ? ਦੁੱਖ ਵੀ ਫਿਰ ਸਾਡੇ ਸਾਹਮਣੇ ਵੀ ਸੰਸਾਰ ਕਹਿੰਦਾ ਜੈਸੀ ਕਰਨੀ ਵੈਸੀ ਭਰਨੀ। ਸੱਚ ਇਹ ਸਾਡੀ ਕਰਨੀ ਇੰਨੀ ਮਾੜੀ ਹੋ ਗਈ ਏ। ਦੋਸ਼ ਅਸੀਂ ਫਿਰ ਸਮੇਂ ਨੂੰ ਦਿੰਦੇ ਹਾਂ ਵੀ ਕਿਹੜਾ ਮਾੜਾ ਸਮਾਂ ਸੀ ਜਿਹੜਾ ਐਸੇ ਪਰਿਵਾਰ ਨਾਲ ਸੰਬੰਧ ਜੁੜ ਗਿਆ ਹੈ। ਮਾੜਾ ਸਮਾਂ ਨਹੀਂ ਸੀ, ਮਾੜੀਆਂ ਸਾਡੀਆਂ ਕਰਤੂਤਾਂ, ਸਾਡੇ ਕਰਮ ਸਨ। ਜਿਸ ਦਿਨ ਕਰਮ ਗੁਰੂ ਦੀ ਆਗਿਆ ਅਨੁਸਾਰ ਹੋਣਗੇ ਉਹ ਦਿਨ ਸਮਾਂ ਆਪਣੇ ਆਪ